ਅੱਜ ਵੀ ਜਦੋਂ 47 ਦਾ ਜ਼ਿਕਰ ਹੁੰਦਾ ਤਾਂ ਜ਼ਖਮ ਅੱਲੇ ਹੋ ਜਾਂਦੇ ਨੇ। ਆਪਾਂ ਇਹ ਸਾਰਾ ਕੁਝ ਛੱਡ ਦਿਆਂਗੇ। ਤੁਸੀਂ ਚਾਹੁੰਦੇ ਹੋ ਕਿ ਜਿਹੜੇ ਤੁਹਾਡੇ ਨਾਲ ਦੇ ਨੇ, ਤੁਹਾਡੇ ਬਿਰਾਦਰੀ ਦੇ ਲੋਕ ਨੇ, ਉਹ ਇਕੱਠੇ ਹੋਣ। ਤੇ ਮੈਂ ਜਾਣਨਾ ਚਾਹੂੰਗੀ ਕਿ ਤੁਹਾਡੀ ਬਿਰਾਦਰੀ 'ਚ ਅਲੱਗ ਕੀ ਹੈ, ਤੁਹਾਡੀ ਬਿਰਾਦਰੀ ਖਾਸ ਕਿਉਂ ਹੈ? ਅਸੀਂ ਪਹਿਲੇ ਵੀ ਹਿੰਦੁਸਤਾਨੀ ਸੀਗੇ, ਅਸੀਂ ਅੱਜ ਵੀ ਹਿੰਦੁਸਤਾਨੀ ਹੈ। ਸਾਨੂੰ ਆਪਣੇ ਦੇਸ਼ ਨਾਲ ਬੜਾ ਪਿਆਰ ਹੈ। ਤੇ ਸਾਨੂੰ ਉੱਥੇ ਜਦ ਬਟਵਾਰੇ ਦੇ ਟਾਈਮ ਸਾਨੂੰ ਨਿਊਜ਼ ਆਈ ਵੀ ਦੇਸ਼ ਦਾ ਬਟਵਾਰਾ ਹੋ ਗਿਆ, ਲਾਈਨ ਖਿੱਚੀ ਗਈ ਤੇ ਭਾਵਲਪੁਰ ਸਟੇਟ ਜਿਹੜੀ ਹੈ ਉਹ ਪਾਕਿਸਤਾਨ ਚਲੀ ਗਈ, ਤਾਂ ਸਾਨੂੰ ਇੱਕ ਸ਼ਬਦ ਹੈ ਜਿਵੇਂ ਕਵਾਂ ਵੀ ਪਿੱਛੂ ਪੈ ਗਿਆ ਸਾਡੇ ਬਜ਼ੁਰਗਾਂ ਨੂੰ, ਹੁਕਮਰਾਨਾਂ ਦੀ ਉੱਥੇ ਪਾਕਿਸਤਾਨਾਂ ਦੀ, ਵੀ ਜਿਹੜੇ ਬੰਦੇ ਹਿੰਦੁਸਤਾਨ ਜਾਣਾ ਚਾਹੁੰਦੇ ਆ ਤਾਂ ਤੁਹਾਨੂੰ ਕੁਝ ਘੰਟਿਆਂ ਦਾ ਟਾਈਮ ਹੈ ਤੇ ਤੁਸੀਂ ਜਾ ਸਕਦੇ ਹੋ ਹਿੰਦੁਸਤਾਨ। ਇੱਕ ਸ਼ਰਤ ਦੇ ਆਪਾਂ ਜਾਣ ਦਿਆਂਗੇ ਵੀ ਜਾਂ ਤਾਂ ਤੁਸੀਂ ਆਪਣੀ ਬਹੁ ਬੇਟੀਆਂ ਛੱਡ ਦਿਓ, ਜਾਂ ਜਿਹੜਾ ਤੁਹਾਡਾ ਸਮਾਨ ਹੈ, ਸੋਨਾ ਹੈ, ਕੈਸ਼ ਹੈ, ਜ਼ਮੀਨ ਹੈ, ਦੁਕਾਨਾਂ ਹੈ, ਉਹ ਛੱਡ ਦਿਓ। ਕਿਸੇ ਵੀ ਕੀਮਤ ਨਾਲ ਅਸੀਂ ਪਾਕਿਸਤਾਨ ਨਹੀਂ ਰਵਾਂਗੇ ਤੇ ਅਸੀਂ, ਸਾਡਾ ਦੇਸ਼ ਹਿੰਦੁਸਤਾਨ ਹੈ ਤੇ ਅਸੀਂ ਹਿੰਦੁਸਤਾਨ ਹੀ ਵਾਪਸ ਜਾਵਾਂਗੇ, ਚਾਹੇ ਸਾਨੂੰ ਕੁਝ ਵੀ ਕੁਰਬਾਨੀ ਦੇਣੀ ਪਵੇ। ਜਦ ਅਸੀਂ ਸਾਰਿਆਂ ਨੇ ਡਿਸਾਈਡ ਕੀਤਾ, ਬਰਾਦਰੀ ਦੇ ਲੋਕਾਂ ਨੇ, ਵੀ ਅਸੀਂ ਹਿੰਦੁਸਤਾਨ ਵਾਪਸ ਜਾਣਾ, ਸਾਡਾ ਉਹੀ ਦੇਸ਼ ਹੈ ਤੇ ਅਸੀਂ ਪਾਕਿਸਤਾਨ ਨਹੀਂ ਰਹਿਣਾ ਚਾਹੁੰਦੇ। ਉਹਨਾਂ ਨੇ ਕਿਹਾ ਵੀ ਸਾਡੀ ਜਾਇਦਾਦ, ਸਾਡਾ ਪੈਸਾ, ਸਾਡਾ ਸੋਨਾ ਸਭ ਕੁਝ ਇੱਥੇ ਰਹਿ ਜਾਏਗਾ ਤੇ ਅਸੀਂ ਬੜੀ ਮਿਹਨਤ ਮੁਸ਼ੱਕਤ ਨਾਲ ਕਮਾਇਆ ਹੈ। ਇਸ ਵੇਲੇ ਜਦੋਂ ਇਹ ਅਨਾਉਂਸਮੈਂਟ ਹੋਈ, ਤੁਹਾਡੇ ਬਜ਼ੁਰਗਾਂ ਨੇ ਮਤਲਬ ਸੋਚਿਆ ਕਿ ਆਪਣਾ ਸਭ ਕੁਝ ਛੱਡ ਕੇ ਚਲੇ ਜਾਵਾਂਗੇ, ਤਾਂ ਉਸ ਵੇਲੇ ਕੋਈ ਤੁਹਾਨੂੰ ਮੁਸ਼ਕਲ ਆਈ ਹੋਵੇ, ਕੋਈ ਦਿੱਕਤਾਂ ਆਈ? ਸਭ ਤੋਂ ਪਹਿਲੇ ਤਾਂ ਮੈਂ ਮੈਡਮ ਤੁਹਾਨੂੰ ਇਹ ਦੱਸਣਾ, ਅਸੀਂ ਰਿਫਿਊਜੀ ਨਹੀਂ ਹੈ ਤੇ ਭਾਵਲਪੁਰ ਸਟੇਟ ਬਹੁਤ ਹੀ ਤਰੱਕੀ ਕਰ ਰਿਹਾ ਸੀਗਾ। ਅਨਲੱਕਲੀ ਕਹਿ ਲਓ ਵੀ ਹਿੰਦੁਸਤਾਨ ਪਾਕਿਸਤਾਨ ਦਾ ਬਟਵਾਰਾ ਹੋਇਆ ਤੇ ਉਹ ਭਾਵਲਪੁਰ ਸਟੇਟ ਉਸ ਬਟਵਾਰੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਚਲੀ ਗਈ ਤੇ ਸਾਡੇ ਬਜ਼ੁਰਗਾਂ ਨੇ ਹੁਕਮ ਦਿੱਤਾ ਬਹੁ ਬੇਟਿਆਂ ਨੂੰ ਵੀ ਪੈਸਾ ਜਾਇਦਾਦ ਤਾਂ ਫਿਰ ਕਮਾਇਆ ਜਾ ਸਕਦਾ, ਲੇਕਿਨ ਜੇ ਇੱਜ਼ਤ ਚਲੀ ਗਈ ਉਹ ਨਹੀਂ ਵਾਪਸ ਆਏਗੀ। ਆਪਣਾ ਜੋ ਜੋ ਚੀਜ਼ ਹੱਥ ਲੱਗੀ, ਕਿਸੇ ਦੇ 4 ਕੱਪੜੇ ਹੱਥ 'ਚ ਆਏ, ਕਿਸੇ ਦਾ ਕੋਈ ਪੀਪਾ ਹੱਥ 'ਚ ਆਇਆ, ਕਿਸੇ ਦਾ ਕੋਈ ਟਰੰਕ ਹੱਥ 'ਚ ਆਇਆ, ਕਿਸੇ ਦੀ ਕੋਈ ਅਲਮਾਰੀ ਹੱਥ 'ਚ ਆਈ ਛੋਟੀ ਜੀ, ਉਹ ਸਾਰਿਆਂ ਨੇ ਉਹ ਚੱਕੀ ਤੇ ਅਸੀਂ ਬੈਕ ਟੂ ਪਵੇਲੀਅਨ ਆਪਣੇ ਹਿੰਦੁਸਤਾਨ ਵਿੱਚ ਵਾਪਸ ਆ ਗਏ। ਅਸੀਂ ਹਿੰਦੁਸਤਾਨੀ ਸੀ, ਹਿੰਦੁਸਤਾਨੀ ਹੈ, ਇਹ ਸਾਡਾ ਹੀ ਦੇਸ਼ ਸੀ। ਜਦ ਬਟਵਾਰਾ ਹੋਇਆ, ਉਸ ਬਟਵਾਰੇ ਦੇ ਵਿੱਚ ਲਾਈਨ ਖਿੱਚੀ ਗਈ, ਤਾਂ ਲਾਈਨ ਜਦ ਖਿੱਚੀ ਸੀ ਤਾਂ ਉਹ ਭਾਵਲਪੁਰ ਸਟੇਟ ਜਿਹੜਾ ਅੱਜ ਪਾਕਿਸਤਾਨ ਵਿੱਚ ਹੈ ਉਹ ਹਿੰਦੁਸਤਾਨ ਵਿੱਚ ਸੀ। ਮਾਰਕੇਸ਼ਨ ਹੋਈ, ਡਿਵਾਈਡ ਹੋਇਆ ਸਿਸਟਮ, ਤੇ ਉਹ ਜਿਹੜੀ ਸਟੇਟ ਸੀ ਸਾਡੀ, ਉਹ ਭਾਵਲਪੁਰ ਸਟੇਟ ਪਾਕਿਸਤਾਨ ਵਿੱਚ ਚਲੀ ਗਈ ਤੇ ਅਸੀਂ ਪਾਕਿਸਤਾਨ ਰਹਿਣਾ ਨਹੀਂ ਚਾਹੁੰਦੇ ਸੀਗੇ ਤੇ ਅਸੀਂ ਰਿਫਿਊਜੀ ਨਹੀਂ ਹੈ, ਅਸੀਂ ਆਪਣੇ ਦੇਸ਼ ਸੀਗੇ ਤੇ ਆਪਣੇ ਦੇਸ਼ ਹੀ ਵਾਪਸ ਆ ਗਏ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਖੁਸ਼ਬੂ। 1947 ਅਜਿਹਾ ਸਮਾਂ ਜਿਸ ਨੂੰ ਭਾਵੇਂ ਪਾਕਿਸਤਾਨ ਦੇ ਲੋਕ ਹੋਣ, ਭਾਵੇਂ ਹਿੰਦੁਸਤਾਨ ਦੇ ਲੋਕ ਹੋਣ, ਅੱਜ ਵੀ ਜਦੋਂ 47 ਦਾ ਜ਼ਿਕਰ ਹੁੰਦਾ ਤਾਂ ਜ਼ਖਮ ਅੱਲੇ ਹੋ ਜਾਂਦੇ ਨੇ। ਕਈ ਜਿਹੜੇ ਨੇ ਲੋਕ ਪਾਕਿਸਤਾਨ ਛੱਡ ਕੇ ਹਿੰਦੁਸਤਾਨ ਦੇ ਵਿੱਚ ਆ ਗਏ ਨੇ, ਤਾਂ ਕਈ ਅਜਿਹੇ ਨੇ ਜਿਨ੍ਹਾਂ ਦਾ ਕੁਝ ਪਰਿਵਾਰ ਉੱਥੇ ਰਹਿ ਗਿਆ, ਤਾਂ ਕਈ ਅਜਿਹੇ ਨੇ ਜਿਹੜੇ ਕਦੀ ਅੱਜ ਤੱਕ ਵੀ ਮਿਲ ਨਹੀਂ ਪਾਏ। ਤਾਂ ਇਸੇ ਤਰ੍ਹਾਂ ਹੀ ਅੱਜ ਸਾਡੇ ਨਾਲ ਅਜਿਹੇ ਸ਼ਖਸ ਮੌਜੂਦ ਨੇ ਜੋ ਇਸੇ ਤਰ੍ਹਾਂ ਜੋ ਸੰਤਾਪ ਚੱਲ ਰਹੇ ਨੇ, ਉਹਨਾਂ ਦੇ ਪਰਿਵਾਰ ਵਾਲੇ ਕਹਿ ਲਓ, ਉਹਨਾਂ ਦੀ ਬਰਾਦਰੀ ਦੇ ਕਹਿ ਲਓ, ਉਹਨਾਂ ਸਾਰਿਆਂ ਨੂੰ ਮਿਲਾਉਣਾ ਚਾਹੁੰਦੇ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਕ੍ਰਿਸ਼ਨ ਕੁਕਰੇਜਾ ਜੀ ਦਾ। ਸਵਾਗਤ ਹੈ ਜੀ। ਨਮਸਕਾਰ ਜੀ। ਸਰ, ਮੈਂ ਇਹੀ ਪੁੱਛਣਾ ਚਾਹੂੰਗੀ, ਪਹਿਲਾ ਸਵਾਲ ਇਹ, ਕਿਉਂਕਿ 1947 ਤੋਂ ਲੈ ਕੇ ਅੱਜ 2023 ਚੱਲ ਰਿਹਾ, ਤਾਂ ਇਹ ਚੀਜ਼ ਤੁਹਾਡੇ ਦਿਮਾਗ ਦੇ ਵਿੱਚ, ਦਿਲ ਦੇ ਵਿੱਚ ਕਿਵੇਂ ਆਈ ਕਿ ਇੰਨੇ ਸਮੇਂ ਬਾਅਦ ਹੁਣ ਤੁਸੀਂ ਚਾਹੁੰਦੇ ਹੋ ਕਿ ਜਿਹੜੇ ਤੁਹਾਡੇ ਨਾਲ ਦੇ ਨੇ, ਤੁਹਾਡੇ ਬਿਰਾਦਰੀ ਦੇ ਲੋਕ ਨੇ, ਉਹ ਇਕੱਠੇ ਹੋਣ? ਤੇ ਮੈਂ ਜਾਣਨਾ ਚਾਹੂੰਗੀ ਕਿ ਤੁਹਾਡੀ ਬਿਰਾਦਰੀ 'ਚ ਅਲੱਗ ਕੀ ਹੈ, ਤੁਹਾਡੀ ਬਿਰਾਦਰੀ ਖਾਸ ਕਿਉਂ ਹੈ? ਸਭ ਤੋਂ ਪਹਿਲਾਂ ਮੈਂ ਚੈਨਲ ਦਾ ਬਹੁਤ ਹੀ ਧੰਨਵਾਦ ਕਰਦਾ, ਤੁਸੀਂ ਮੈਨੂੰ ਆਪਣੇ ਸਟੂਡੀਓ ਬੁਲਾਇਆ, ਮੈਂ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਕਰਦਾ। ਮੈਡਮ, ਤੁਸੀਂ ਬਹੁਤ ਵਧੀਆ ਸਵਾਲ ਕੀਤਾ ਵੀ ਸਾਡੀ ਬਰਾਦਰੀ ਵਿੱਚ ਖਾਸ ਕੀ ਹੈ ਔਰ ਸਾਨੂੰ ਕੀ ਸੰਤਾਪ झेलना पै रहा है। मैडम, गल इस तरह है, जब हिंदुस्तान और पाकिस्तान का बंटवारा होया ते जितने भी साडे हिंदुस्तानी सीगे, पाकिस्तान का जिहड़ा सुल्तान सी उस वेले सानू भावलपुर स्टेट, एक स्टेट सानू उन्हें अलाउ की हुई सी। उस भावलपुर स्टेट जिहड़ी अज भी उत्थे है, उस भावलपुर स्टेट दे विच असी
ਭੌਲਪੁਰੀ ਰਹਿੰਦੇ ਸੀਗੇ। ਉਸ ਸਟੇਟ ਦੇ ਵਿੱਚ 7-8 ਲੈਂਗੁਏजेस ਜਿਹੜੀ ਸਾਡੀ ਮਿਲਦੀ ਜੁਲਦੀ ਹੈ, ਜਾਂ ਇਹ ਕਹਿ ਲਓ ਵੀ ਭੈਣ ਭਰਾ ਹੈ। ਜਿਸ ਤਰ੍ਹਾਂ ਸਾਡੀ ਭੌਲਪੁਰੀ ਭਾਸ਼ਾ, ਮੁਲਤਾਨੀ ਭਾਸ਼ਾ, ਸਿੰਧੀ ਭਾਸ਼ਾ, ਅਹਿਮਦਪੁਰ ਲੰਬੇ ਭਾਸ਼ਾ, ਇਹ ਸਾਡੀਆਂ 10-12 ਭਾਸ਼ਾਵਾਂ ਸੀਗੀਆਂ ਜਿਹੜੀ ਸਾਨੂੰ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਮਿਲਾਉਂਦੀ ਸੀ। ਤੇ ਭੌਲਪੁਰ ਸਟੇਟ ਬਹੁਤ ਹੀ ਤਰੱਕੀ ਕਰ ਰਿਹਾ ਸੀਗਾ। ਅਨਲੱਕਲੀ ਕਹਿ ਲਓ ਵੀ ਹਿੰਦੁਸਤਾਨ ਪਾਕਿਸਤਾਨ ਦਾ ਬਟਵਾਰਾ ਹੋਇਆ ਤੇ ਉਹ ਭੌਲਪੁਰ ਸਟੇਟ ਉਸ ਬਟਵਾਰੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਚਲੀ ਗਈ। ਤੇ ਜਿਹੜੇ ਅਸੀਂ ਬਰਾਦਰੀ ਦੇ ਲੋਕ ਉੱਥੇ ਰਹਿੰਦੇ ਸੀਗੇ, ਅਸੀਂ ਪਹਿਲੇ ਵੀ ਹਿੰਦੁਸਤਾਨੀ ਸੀਗੇ, ਅਸੀਂ ਅੱਜ ਵੀ ਹਿੰਦੁਸਤਾਨੀ ਆ। ਸਾਨੂੰ ਆਪਣੇ ਦੇਸ਼ ਨਾਲ ਬੜਾ ਪਿਆਰ ਹੈ। ਤੇ ਸਾਨੂੰ ਉੱਥੇ ਜਦ ਬਟਵਾਰੇ ਦੇ ਟਾਈਮ ਸਾਨੂੰ ਨਿਊਜ਼ ਆਈ ਵੀ ਦੇਸ਼ ਦਾ ਬਟਵਾਰਾ ਹੋ ਗਿਆ, ਲਾਈਨ ਖਿੱਚੀ ਗਈ ਤੇ ਭੌਲਪੁਰ ਸਟੇਟ ਜਿਹੜੀ ਉਹ ਪਾਕਿਸਤਾਨ ਚਲੀ ਗਈ, ਤਾਂ ਸਾਨੂੰ ਇੱਕ ਸ਼ਬਦ ਹੈ ਜਿਵੇਂ ਕਮਾ ਵੀ ਪਿੱਛੂ ਪੈ ਗਏ ਸਾਡੇ ਬਜ਼ੁਰਗਾਂ ਨੂੰ, ਔਰ ਘਬਰਾਹਟ ਛਿੜ ਗਈ। ਤੇ ਅਨਾਉਂਸਮੈਂਟ ਹੋਈ ਹੁਕਮਰਾਨਾਂ ਦੀ ਉੱਥੇ ਪਾਕਿਸਤਾਨਾਂ ਦੀ ਵੀ ਜਿਹੜੇ ਬੰਦੇ ਹਿੰਦੁਸਤਾਨ ਜਾਣਾ ਚਾਹੁੰਦੇ ਆ ਤਾਂ ਤੁਹਾਨੂੰ ਕੁਝ ਘੰਟਿਆਂ ਦਾ ਟਾਈਮ ਹੈ ਤੇ ਤੁਸੀਂ ਜਾ ਸਕਦੇ ਹੋ, ਲੇਕਿਨ ਇੱਕ ਸ਼ਰਤ ਹੈ। ਉੱਥੇ ਦੇ ਸੁਲਤਾਨ ਨੇ, ਹੁਕਮਰਾਨਾਂ ਨੇ ਇਹ ਸਾਡੇ ਅੱਗੇ ਰੱਖੀ ਵੀ ਤੁਹਾਨੂੰ ਹਿੰਦੁਸਤਾਨ ਇੱਕ ਸ਼ਰਤ ਦੇ ਵਾਪਸ ਜਾਣ ਦੇਵਾਂਗੇ ਵੀ ਜਾਂ ਤਾਂ ਤੁਸੀਂ ਆਪਣੀ ਬਹੁ ਬੇਟੀਆਂ ਛੱਡ ਦਿਓ, ਜਾਂ ਜਿਹੜਾ ਤੁਹਾਡਾ ਸਮਾਨ ਹੈ, ਸੋਨਾ ਹੈ, ਕੈਸ਼ ਹੈ, ਜ਼ਮੀਨ ਹੈ, ਦੁਕਾਨਾਂ ਹੈ, ਉਹ ਛੱਡ ਦਿਓ। ਤੇ ਸਾਡੇ ਬਜ਼ੁਰਗਾਂ ਨੇ ਕੁਝ ਹੀ ਘੰਟੇ 'ਚ ਜਾਂ ਕਹਿ ਲਓ ਕੁਝ ਮਿੰਟਾਂ 'ਚ ਇਹ ਡਿਸਾਈਡ ਕੀਤਾ ਵੀ ਆਪਾਂ ਇਹ ਸਾਰਾ ਕੁਝ ਛੱਡ ਦਿਆਂਗੇ, ਕਿਸੇ ਵੀ ਕੀਮਤ ਨਾਲ ਅਸੀਂ ਪਾਕਿਸਤਾਨ ਨਹੀਂ ਰਵਾਂਗੇ ਤੇ ਅਸੀਂ, ਸਾਡਾ ਦੇਸ਼ ਹਿੰਦੁਸਤਾਨ ਹੈ ਤੇ ਅਸੀਂ ਹਿੰਦੁਸਤਾਨ ਹੀ ਵਾਪਸ ਜਾਵਾਂਗੇ, ਚਾਹੇ ਸਾਨੂੰ ਕੁਝ ਵੀ ਕੁਰਬਾਨੀ ਦੇਣੀ ਪਵੇ। ਤੇ ਮੈਂ ਜਿਸ ਵੇਲੇ ਜਦੋਂ ਇਹ ਅਨਾਉਂਸਮੈਂਟ ਹੋਈ, ਤੁਹਾਡੇ ਬਜ਼ੁਰਗਾਂ ਨੇ ਮਤਲਬ ਸੋਚਿਆ ਕਿ ਆਪਣਾ ਸਭ ਕੁਝ ਛੱਡ ਕੇ ਚਲੇ ਜਾਵਾਂਗੇ, ਤਾਂ ਉਸ ਵੇਲੇ ਕੋਈ ਤੁਹਾਨੂੰ ਮੁਸ਼ਕਲ ਆਈ ਹੋਵੇ, ਕੋਈ ਦਿੱਕਤਾਂ ਆਈਆਂ? ਬਹੁਤ ਮੁਸ਼ਕਲ ਆਈ, ਬਹੁਤ ਹੀ ਮੈਂ ਮੁਸ਼ਕਲ ਆਈ ਜਦ ਅਸੀਂ ਸਾਰਿਆਂ ਨੇ ਡਿਸਾਈਡ ਕੀਤਾ ਬਰਾਦਰੀ ਦੇ ਲੋਕਾਂ ਨੇ ਵੀ ਅਸੀਂ ਹਿੰਦੁਸਤਾਨ ਨੂੰ ਵਾਪਸ ਜਾਣਾ, ਸਾਡਾ ਉਹੀ ਦੇਸ਼ ਹੈ ਤੇ ਅਸੀਂ ਪਾਕਿਸਤਾਨ ਨਹੀਂ ਰਹਿਣਾ ਚਾਹੁੰਦੇ। ਤੇ ਉੱਥੇ ਸਾਨੂੰ ਸਾਡੀ ਜਿਹੜੀ ਬਹੁ ਬੇਟੀਆਂ ਸੀਗੀਆਂ ਸਾਡੇ ਬਜ਼ੁਰਗਾਂ ਦੀਆਂ, ਉਹਨਾਂ ਨੇ ਕਿਹਾ ਵੀ ਸਾਡੀ ਜਾਇਦਾਦ, ਸਾਡਾ ਪੈਸਾ, ਸਾਡਾ ਸੋਨਾ ਸਭ ਕੁਝ ਇੱਥੇ ਰਹਿ ਜਾਏਗਾ ਤੇ ਅਸੀਂ ਬੜੀ ਮਿਹਨਤ ਮੁਸ਼ੱਕਤ ਨਾਲ ਕਮਾਇਆ ਵੀ ਤੁਹਾਨੂੰ ਪਤਾ ਵੀ ਹਰ ਇੱਕ ਨੂੰ ਇਸ ਚੀਜ਼ਾਂ ਨਾਲ ਪਿਆਰ ਹੁੰਦਾ ਹੈ। ਤੇ ਸਾਡੇ ਬਜ਼ੁਰਗਾਂ ਨੇ ਹੁਕਮ ਦਿੱਤਾ ਬਹੁ ਬੇਟਿਆਂ ਨੂੰ ਵੀ ਪੈਸਾ ਜਾਇਦਾਦ ਤਾਂ ਫਿਰ ਕਮਾਇਆ ਜਾ ਸਕਦਾ, ਲੇਕਿਨ ਜੇ ਇੱਜ਼ਤ ਚਲੀ ਗਈ ਉਹ ਨਹੀਂ ਵਾਪਸ ਆਏਗੀ। ਤੇ ਆਪਾਂ ਨੂੰ ਸਾਰਿਆਂ ਨੂੰ ਇਹ ਛੱਡ ਦੇਣਾ ਚਾਹੀਦਾ ਤੇ ਆਪਣੇ ਦੇਸ਼ ਜਾਣਾ ਚਾਹੀਦਾ। ਤੇ ਉਸੇ ਵਕਤ ਫਿਰ ਅਸੀਂ ਉਹ ਸਾਰਾ ਕੁਝ ਛੱਡਿਆ, ਆਪਣਾ ਬਿਸਤਰਾ ਬੋਰੀ ਪੈਕ ਕਰਿਆ ਤੇ ਉੱਥੇ ਦੀ ਰੇਲ ਗੱਡੀ ਚੱਲੀ ਸੀ ਜੋ ਹਿੰਦੁਸਤਾਨ ਵਾਪਸ ਆ ਰਹੀ ਸੀ, ਤੇ ਅਸੀਂ ਉਸ ਰੇਲ ਗੱਡੀ ਦੇ ਵਿੱਚ ਬੈਠੇ, ਆਪਣਾ ਜੋ ਜੋ ਚੀਜ਼ ਹੱਥ ਲੱਗੀ, ਕਿਸੇ ਦੇ 4 ਕੱਪੜੇ ਹੱਥ 'ਚ ਆਏ, ਕਿਸੇ ਦਾ ਕੋਈ ਪੀਪਾ ਹੱਥ 'ਚ ਆਇਆ, ਕਿਸੇ ਦਾ ਕੋਈ ਟਰੰਕ ਹੱਥ 'ਚ ਆਇਆ, ਕਿਸੇ ਦੀ ਕੋਈ ਅਲਮਾਰੀ ਹੱਥ 'ਚ ਆਈ ਛੋਟੀ ਜੀ, ਉਹ ਸਾਰਿਆਂ ਨੇ ਉਹ ਚੱਕੀ ਤੇ ਅਸੀਂ ਬੈਕ ਟੂ ਪਵੇਲੀਅਨ ਆਪਣੇ ਹਿੰਦੁਸਤਾਨ ਵਿੱਚ ਵਾਪਸ ਆ ਗਏ। ਜੀ। ਤੇ ਜਿਸ ਵੇਲੇ ਸਾਰਾ ਕੁਝ ਹੁੰਦਾ ਪਿਆ ਸੀ, ਤੁਹਾਡੇ ਵੀ ਬਜ਼ੁਰਗ ਤੁਹਾਨੂੰ ਦੱਸਦੇ ਹੋਣੇ ਉਸ ਵੇਲੇ ਜਦੋਂ ਬਹਾਵਲਪੁਰ ਤੁਸੀਂ ਛੱਡਿਆ ਸੀ ਤੇ ਇੱਥੇ ਆ ਕੇ ਕਿਵੇਂ ਵਸੇ ਸੀ? ਕਿਉਂਕਿ ਉਹ ਇੱਕ ਅਲੱਗ ਹੀ, ਕਿਉਂਕਿ ਅੱਜ ਵੀ ਕਈ ਥਾਵਾਂ ਤੇ ਰਿਫਿਊਜੀ ਹੀ ਕਹਿਲਾਉਂਦੇ ਨੇ ਲੋਕ ਜਿਹੜੇ ਪਾਕਿਸਤਾਨ ਤੋਂ ਇੱਧਰ ਆਏ ਨੇ। ਸਭ ਤੋਂ ਪਹਿਲੇ ਤਾਂ ਮੈਂ ਮੈਡਮ ਤੁਹਾਨੂੰ ਇਹ ਦੱਸਾਂ, ਅਸੀਂ ਰਿਫਿਊਜੀ ਨਹੀਂ ਆ ਜੀ, ਅਸੀਂ ਹਿੰਦੁਸਤਾਨੀ ਸੀ, ਹਿੰਦੁਸਤਾਨੀ ਹੈ, ਇਹ ਸਾਡਾ ਹੀ ਦੇਸ਼ ਸੀ। ਜਦ ਬਟਵਾਰਾ ਹੋਇਆ, ਉਸ ਬਟਵਾਰੇ ਦੇ ਵਿੱਚ ਲਾਈਨ ਖਿੱਚੀ ਗਈ, ਤਾਂ ਲਾਈਨ ਜਦ ਖਿੱਚੀ ਸੀ ਤਾਂ ਉਹ ਭਾਵਲਪੁਰ ਸਟੇਟ ਜਿਹੜਾ ਅੱਜ ਪਾਕਿਸਤਾਨ ਵਿੱਚ ਹੈ ਉਹ ਹਿੰਦੁਸਤਾਨ ਵਿੱਚ ਸੀ, ਉਹ ਹਿੰਦੁਸਤਾਨ ਵਿੱਚ ਹੀ ਸੀ ਤੇ ਅਸੀਂ ਹਿੰਦੁਸਤਾਨੀ ਸੀ। ਲੇਕਿਨ ਲਾਈਨ ਖਿੱਚੀ ਗਈ, ਮਾਰਕੇਸ਼ਨ ਹੋਈ, ਡਿਵਾਈਡ ਹੋਇਆ ਸਿਸਟਮ, ਤੇ ਉਹ ਜਿਹੜੀ ਸਟੇਟ ਸੀ ਸਾਡੀ, ਉਹ ਭਾਵਲਪੁਰ ਸਟੇਟ ਪਾਕਿਸਤਾਨ ਵਿੱਚ ਚਲੀ ਗਈ। ਤੇ ਅਸੀਂ ਪਾਕਿਸਤਾਨ ਰਹਿਣਾ ਨਹੀਂ ਚਾਹੁੰਦੇ ਸੀਗੇ ਤੇ ਅਸੀਂ ਰਿਫਿਊਜੀ ਨਹੀਂ ਹੈ, ਅਸੀਂ ਆਪਣੇ ਦੇਸ਼ ਸੀਗੇ ਤੇ ਆਪਣੇ ਦੇਸ਼ ਹੀ ਵਾਪਸ ਆ ਗਏ। ਨੰਬਰ 1। ਨੰਬਰ 2, ਜਦ ਅਸੀਂ ਇੱਥੇ ਵਾਪਸ ਹਿੰਦੁਸਤਾਨ ਵਿੱਚ ਆਏ ਤੇ ਅਸੀਂ ਸਭ ਤੋਂ ਪਹਿਲੇ ਆ ਕੇ ਇੱਥੇ ਟੈਂਟਾਂ 'ਚ ਰਹੇ। ਟੈਂਟਾਂ 'ਚ ਰਹਿਣ ਤੋਂ ਬਾਅਦ ਜਿਤਨੇ ਵੀ ਸਾਡੇ ਲੋਕ ਸੀਗੇ ਭਾਵਲਪੁਰ ਸਟੇਟ ਤੋਂ ਆਏ ਸੀਗੇ, ਜਿੱਥੇ ਜਿੱਥੇ ਜਿਹਨੂੰ ਜੋ ਸੋਰਸ ਮਿਲਿਆ ਉਹ ਉੱਥੇ ਸੈਟਲਡ ਹੁੰਦੇ ਗਏ ਟੈਂਟਾਂ ਤੋਂ ਬਾਅਦ। ਗੱਲ ਕਰਾਂ ਅਗਰ ਜੇ ਮੈਂ ਡਿਸਟ੍ਰਿਕਟ ਪਟਿਆਲਾ ਦੀ ਜਾਂ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚ ਸਾਨੂੰ
ਕੈਪਟਨ ਅਮਰਿੰਦਰ ਸਿੰਘ ਜਿਹੜੇ ਸਾਡੇ ਸਾਬਕਾ ਮੁੱਖ ਮੰਤਰੀ ਹੈਗੇ, ਉਹਨਾਂ ਦੇ ਫੋਰਫਾਦਰ ਯਾਨੀ ਕਿ ਉਹਨਾਂ ਦੇ ਦਾਦਾ ਜੀ ਨੇ ਸਾਨੂੰ ਰਾਜਪੁਰਾ ਸ਼ਹਿਰ ਅਲਾਟ ਕਰਿਆ, ਪਟਿਆਲਾ ਸ਼ਹਿਰ ਅਲਾਟ ਕਰਿਆ, ਤ੍ਰਿਪੜੀ ਅਲਾਟ ਕਰਿਆ, ਸਮਾਣਾ, ਪਾਤਣਾ, ਇਹ ਸਾਡੀ ਬਰਾਦਰੀ ਦੇ ਜਿਹੜੇ ਟੈਂਟਾਂ 'ਚ ਪੰਜਾਬ ਦੇ ਵਿੱਚ ਸੀਗੇ, ਉਹ ਉਹਨਾਂ ਨੇ ਸਾਨੂੰ ਮਹਾਰਾਜਾ ਸਾਹਿਬ ਨੇ ਸਾਨੂੰ ਫੈਸਿਲਿਟੀ ਦਿੱਤੀ ਆ। ਸਾਨੂੰ ਉਹਨਾਂ ਨੇ ਜਗ੍ਹਾ ਅਲਾਟ ਕਰਾਈ, ਜਗ੍ਹਾ ਅਲਾਟ ਕਰਾ ਕੇ ਸਾਨੂੰ ਜਿਸ ਤਰ੍ਹਾਂ ਜੋ ਸਾਨੂੰ ਜਗ੍ਹਾ ਮਿਲੀ, ਅਸੀਂ ਉੱਥੇ ਕੱਚੇ ਮਕਾਨਾਂ ਦੇ ਵਿੱਚ ਚਲੇ ਗਏ। ਬਾਅਦ ਵਿੱਚ ਸਾਡੀ ਬਰਾਦਰੀ ਬਹੁਤ ਹੀ ਮਿਹਨਤੀ ਹੈ, ਪਾਕਿਸਤਾਨ ਦੇ ਵਿੱਚ ਵੀ ਮਿਹਨਤੀ ਸੀ ਤੇ ਬਹਾਵਲਪੁਰ ਸਟੇਟ ਨੂੰ ਅਸੀਂ ਚਮਕਾਇਆ ਹੋਇਆ ਸੀਗਾ। ਅਸੀਂ ਜਦ ਹਿੰਦੁਸਤਾਨ ਆਏ ਤੇ ਪੰਜਾਬ ਦੀ ਗੱਲ ਕਰਾਂ, ਵੈਸੇ ਸਾਡੀ ਸਾਰੀ ਬਰਾਦਰੀ ਪੂਰੇ ਪੈਨ ਇੰਡੀਆ ਦੇ ਵਿੱਚ ਸੈਟਲ ਹੈ ਔਰ ਉੱਚ ਪਦਾਂ ਤੇ ਹੈ। ਤੇ ਜਦ ਅਸੀਂ ਆਪਣੀ ਪੰਜਾਬ ਦੀ ਅਗਰ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਅਸੀਂ ਸੈਟਲਡ ਹੋਏ ਔਰ ਰਾਜਪੁਰਾ ਜਿਹੜਾ ਸ਼ਹਿਰ ਹੈ ਇਹ ਜੰਕਸ਼ਨ ਹੈ ਬਹਾਵਲਪੁਰ ਬਰਾਦਰੀ ਦਾ। ਇੱਥੇ 40 ਤੋਂ 45 ਹਜ਼ਾਰ ਸਾਡੀ ਬਰਾਦਰੀ ਦੇ ਲੋਕ ਰਹਿੰਦੇ ਆ। ਬਾਕੀ ਪੂਰੇ ਪੈਨ ਇੰਡੀਆ ਦੇ ਵਿੱਚ ਜਿਤਨੇ ਵੀ ਸਾਡੀ ਬਰਾਦਰੀ ਦੇ ਲੋਕ ਹੈ, ਕਿਤੇ 2000 ਹੈ, ਕਿਸ ਸ਼ਹਿਰ ਦੇ ਵਿੱਚ 3000 ਹੈ, ਕਿਸ ਸ਼ਹਿਰ ਦੇ ਵਿੱਚ 4000 ਹੈ, 5000 ਹੈ। ਬਟ ਰਾਜਪੁਰਾ ਇੱਕ ਮੈਂ ਕਹਾਂ ਵੀ ਰਾਜਧਾਨੀ ਹੈ ਸਾਡੀ ਬਰਾਦਰੀ ਦੀ, ਤੇ ਇੱਥੇ ਸਾਡੀ ਮੈਕਸਿਮਮ ਬਰਾਦਰੀ ਦੇ ਲੋਕ ਰਹਿੰਦੇ ਆ 40 ਤੋਂ 45 ਹਜ਼ਾਰ। ਤੇ ਇਸ ਕਾਰਨ ਸਾਡੀ ਰਾਜਪੁਰੇ ਨੂੰ ਬਰਾਦਰੀ ਦਾ ਜੰਕਸ਼ਨ ਕਹਿ ਲੋ ਜਾਂ ਰਾਜਧਾਨੀ ਕਹਿ ਲੋ ਕਿਹਾ ਜਾਂਦਾ ਹੈ। ਤੇ ਫਿਰ ਅਸੀਂ ਜਦ ਇੱਥੇ ਆਏ ਤਾਂ ਫਿਰ ਸਾਨੂੰ 2 ਪੀੜ੍ਹੀਆਂ ਲੱਗੀਆਂ ਸਾਡੀਆਂ ਮਿਹਨਤ ਮੁਸ਼ੱਕਤ ਕਰਦੇ ਸਾਨੂੰ ਸੈਟਲ ਹੁੰਦੇ। ਮਹਾਰਾਜਾ ਸਾਹਿਬ ਦਾ ਅਸੀਂ ਸ਼ੁਕਰਗੁਜ਼ਾਰ ਹਾਂ, ਉਹਨਾਂ ਦੇ ਫੋਰਫਾਦਰ ਦਾ। ਉਹਨਾਂ ਨੇ ਸਾਨੂੰ ਫੈਸਿਲਿਟੀ ਦਿੱਤੀ, ਜਿਸ ਤਰ੍ਹਾਂ ਫੈਸਿਲਿਟੀ ਮਿਲਦੀ ਗਈ ਅਸੀਂ ਇੱਥੇ ਰੀਸੈਟ ਹੁੰਦੇ ਗਏ। ਤੇ ਹੁਣ ਗੱਲ ਕਰੀਏ 2 ਪੀੜ੍ਹੀ ਖਪਾਣ ਤੋਂ ਬਾਅਦ ਜਿਤਨੇ ਵੀ ਸਾਡੀ ਬਰਾਦਰੀ ਦੇ ਲੋਕ ਪੈਨ ਇੰਡੀਆ 'ਚ ਹੈ ਉਹ ਵੈਲ ਟੂ ਡੂ ਹੈ, ਵੈਲ ਸੈਟਲਡ ਹੈ ਔਰ ਉਹਨਾਂ ਦੇ ਸਾਡੇ ਬੱਚੇ ਬੜੇ ਉੱਚ ਸਥਾਨਾਂ ਤੇ ਹੈ। ਕੋਈ ਜੱਜ ਹੈ, ਕੋਈ IPS ਹੈ, ਕੋਈ IAS ਹੈ, ਕੋਈ ਬਾਲੀਵੁੱਡ ਦੇ ਵਿੱਚ ਐਕਟਰ ਹੈ। ਤੇ ਅਗਰ ਜੇ ਮੈਂ ਗੱਲ ਕਰਾਂ ਰਾਜਪੁਰਾ ਟਾਊਨ ਦੀ, ਤਾਂ ਰਾਜਪੁਰਾ ਟਾਊਨ ਵੀ ਸਾਡੀ ਬਰਾਦਰੀ ਦੀ ਵਜ੍ਹਾ ਨਾਲ ਹੀ ਮਸ਼ਹੂਰ ਹੈ, ਕਿਉਂਕਿ ਉੱਥੇ ਕਾਰੋਬਾਰ ਬਹੁਤ ਹੈ। ਮਿਹਨਤੀ ਤਾਂ ਅਸੀਂ ਪਹਿਲੇ ਹੀ ਸੀਗੇ, ਮਿਹਨਤੀ ਅੱਜ ਵੀ ਹੈ। ਆਪਣੀ ਮਿਹਨਤ ਨਾਲ ਅਸੀਂ ਸ਼ਹਿਰ ਨੂੰ ਬਸਾਇਆ ਔਰ ਬੜਾ ਖੂਬਸੂਰਤ ਸ਼ਹਿਰ ਹੈ। ਔਰ ਤੁਸੀਂ ਆਓ, ਇੰਨਾ ਖੁੱਲਾ ਸ਼ਹਿਰ ਹੈ, ਇੱਥੇ ਹਰ ਚੀਜ਼। ਜਿਹੜਾ ਵੀ ਅਫਸਰ ਅਗਰ ਕੋਈ ਰਾਜਪੁਰੇ ਟ੍ਰਾਂਸਫਰ ਹੋ ਕੇ ਆਉਂਦਾ ਤਾਂ ਉਹਦਾ ਦਿਲ ਕਰਦਾ ਹੈ ਵੀ ਮੈਂ ਰਾਜਪੁਰੇ ਹੀ ਰਹਿ ਜਾਵਾਂ। ਤੇ ਸਾਡੀ ਭਾਸ਼ਾ ਬੜੀ ਮਿੱਠੀ ਹੈ, ਬੋਲੀ ਸਾਡੀ ਬਹੁਤ ਮਿੱਠੀ ਹੈ। ਅਸੀਂ ਮਿਲਣਸਾਰ ਲੋਕ ਹਾਂ ਤੇ ਸਾਨੂੰ ਦੇਖਦੇ ਹੀ, ਸਾਨੂੰ ਮਿਲਦੇ ਹੀ ਹਰ ਅਫਸਰ, ਹਰ ਲੀਡਰ ਇਹ ਚਾਹੁੰਦਾ ਯਾਰ ਤੁਸੀਂ ਲੋਕ ਬਹੁਤ ਸ਼ਰੀਫ ਵੀ ਹੋ, ਮਿੱਠੇ ਵੀ ਹੋ, ਤੇ ਮੇਰਾ ਵੀ ਦਿਲ ਕਰਦਾ ਕਿ ਮੈਂ ਰਾਜਪੁਰੇ ਆ ਕੇ ਰਵਾਂ। ਤੇ ਅਸੀਂ ਫਿਰ ਰਾਜਪੁਰੇ ਆ ਕੇ ਸੈਟਲ ਹੋਏ। ਉਸ ਤੋਂ ਬਾਅਦ 70 ਸਾਲ ਹੋ ਗਏ ਇਸ ਗੱਲ ਨੂੰ, ਕਿਸੇ ਨੇ ਗੌਰ ਨਹੀਂ ਕਰੀ। ਉਸ ਤੋਂ ਬਾਅਦ ਜਦ ਦਾ ਇਹ ਬਰਾਦਰੀ ਨੇ ਮੈਨੂੰ ਮੌਕਾ ਦਿੱਤਾ, ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ, ਮੈਨੂੰ ਕੁਰਸੀ ਤੇ ਬਿਠਾਇਆ, ਤੇ ਮੇਰੇ ਦਿਲੋਂ ਦਿਮਾਗ ਦੇ ਵਿੱਚ ਇੱਕ ਗੱਲ ਆਈ ਮੈਡਮ ਕਿ ਮੈਂ 70 ਸਾਲ ਹੋ ਗਏ, ਸਾਡੇ ਬਜ਼ੁਰਗ ਸਾਨੂੰ ਗੱਲਾਂ ਕਰਦੇ ਸੀਗੇ, ਮੇਰੇ ਫਾਦਰ ਵੀ ਮੈਨੂੰ ਗੱਲਾਂ ਕਰਦੇ ਸੀਗੇ। ਮੇਰੇ ਫਾਦਰ ਸਾਹਿਬ ਦੀ ਡੈਥ 92 ਦੀ ਏਜ ਸੀਗੀ, 2016 ਦੇ ਵਿੱਚ ਉਹਨਾਂ ਦੀ ਡੈਥ ਹੋਈ। ਤੇ ਵਾਲੀਬਾਲ ਦੇ ਚੈਂਪੀਅਨ ਸੀ ਮੇਰੇ ਡੈਡੀ ਪ੍ਰਤਾਪ ਸਿੰਘ ਕੈਰੋ, ਜਿਹੜਾ ਪਹਿਲੇ ਚੀਫ ਮਿਨਿਸਟਰ ਸੀਗਾ ਪੰਜਾਬ ਦਾ। ਉਹਨਾਂ ਨੇ ਮੇਰੇ ਡੈਡੀ ਨੂੰ ਵੱਧੂ ਰਾਮ ਗੋਲੀ ਦਾ ਖਿਤਾਬ ਦਿੱਤਾ ਸੀਗਾ ਔਰ ਮੇਰੇ ਡੈਡੀ ਵਾਲੀਬਾਲ ਦੇ ਚੈਂਪੀਅਨ ਸੀਗੇ ਔਰ ਮਸਤ ਸੀਗੇ, ਲੈਂਡਲੌਰਡ ਸੀਗੇ। ਅਸੀਂ ਅੱਜ ਵੀ ਲੈਂਡਲੌਰਡ ਹਾਂ। ਤੇ ਮੇਰੇ ਮੰਮੀ ਡੈਡੀ ਪਾਕਿਸਤਾਨ ਦੇ ਵਿੱਚ ਵੀ ਬੜੇ ਤਕੜੇ ਜ਼ਮੀਨ ਜਾਇਦਾਦ ਵਾਲੇ ਸੀਗੇ। ਤੇ ਉਹ ਵਿਰਾਸਤ ਮੈਨੂੰ ਆਪਣੇ ਬਜ਼ੁਰਗਾਂ ਤੋਂ ਮਿਲੀ ਤੇ ਬਰਾਦਰੀ ਨੇ ਮੈਨੂੰ ਮੌਕਾ ਦਿੱਤਾ। ਤੇ ਮੇਰੇ ਦਿਲੋਂ ਦਿਮਾਗ 'ਚ ਇੱਕ ਗੱਲ ਆਈ ਵੀ ਮੈਂ ਕਿਉਂ ਨਾ ਕੁਝ ਹਟ ਕੇ ਕਰਾਂ ਬਰਾਦਰੀ ਵਾਸਤੇ, ਕੁਝ ਐਸਾ ਇੱਕ ਸਿਸਟਮ ਬਣਾਵਾਂ ਵੀ ਜਿਸ ਦੇ ਨਾਲ ਸਾਡਾ ਸਾਰਾ ਕੁੰਡਮਾ, ਸਾਡਾ ਸਾਰਾ ਬਰਾਦਰੀ ਦਾ ਪਰਿਵਾਰ ਜਿਹੜਾ ਦੂਰ ਦੂਰ ਤੱਕ ਹੈ, ਉਹਨਾਂ ਨੂੰ ਇੱਕ ਮੰਚ ਤੇ ਲੈ ਕੇ ਆਈਏ। ਤੇ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਦੱਸਣਾ ਚਾਹੁੰਦਾ ਮੈਡਮ, ਅਸੀਂ ਇੱਕ ਐਪ ਬਣਾ ਰਹੇ ਹਾਂ। ਉਹ ਇੱਕ ਐਪ ਐਸੀ ਹੈ ਕਿ ਸਪੋਜ਼ ਪੂਰਾ ਪੈਨ ਇੰਡੀਆ ਦੇ ਨਾਲ ਉਹ ਐਪ ਨੂੰ ਅਸੀਂ ਜੋੜਾਂਗੇ। ਤੇ ਸਪੋਜ਼ ਅਗਰ ਤੁਸੀਂ ਅੱਜ ਚੰਡੀਗੜ੍ਹ ਬੈਠੇ ਹੋ ਤੇ ਤੁਸੀਂ ਸੂਰਤ ਜਾਣਾ ਚਾਹੁੰਦੇ ਹੋ ਗੁਜਰਾਤ ਵਿੱਚ, ਤੇ ਤੁਸੀਂ ਦੇਖਣਾ ਚਾਹੁੰਦੇ ਹੋ ਵੀ ਮੈਨੂੰ ਸੂਰਤ ਕੌਣ ਮੈਨੂੰ ਮਿਲੇ ਬੰਦਾ, ਤੇ ਤੁਸੀਂ ਉਸ ਐਪ ਦੇ ਜ਼ਰੀਏ ਸਰਚ ਕਰੋਗੇ ਤੇ ਜਿਹੜੀ ਵੀ ਸਾਡੀ ਬਰਾਦਰੀ ਦੇ ਬੰਦੇ ਹੋਣਗੇ, ਜਿਹੜੇ ਉੱਥੇ ਦੇ ਡਿਗਨੈਰਿਟੀ ਹੋਣਗੇ, ਅੱਛੇ ਹੋਣਗੇ, ਤਾਂ ਉਹ ਤੁਹਾਨੂੰ ਐਪ ਦੇ ਵਿੱਚ ਮਿਲਣਗੇ। ਉਹਨਾਂ ਦਾ ਐਡਰੈਸ ਮਿਲੇਗਾ, ਟੈਲੀਫੋਨ ਨੰਬਰ ਮਿਲੇਗਾ, ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਉਹਨਾਂ ਕੋਲ ਜਾ ਸਕਦੇ ਹੋ। ਉਹ ਵੀ ਅਸੀਂ ਇੱਕ ਐਪ ਬੜੀ ਜਲਦੀ ਤੁਹਾਨੂੰ
मतलब कि बिल्कुल ਤੁਸੀਂ ਅਲੱਗ ਕਰਨਾ ਚਾਹੁੰਦੇ ਹੋ ਅਲੱਗ ਕਰਨਾ ਚਾਹੁੰਦੇ ਆ ਤੇ 24 ਮਈ ਨੂੰ ਜਿਹੜਾ ਅਸੀਂ ਹੁਣ ਪ੍ਰੋਗਰਾਮ ਕਰ ਰਹੇ ਆ ਅਭਿਨੰਦਨ ਪੈਲੇਸ ਰਾਜਪੁਰਾ ਦੇ ਵਿੱਚ ਉਹ ਇੱਕ ਉਹਦਾ ਹੀ ਪਾਰਟ ਹੈ ਤੇ ਨਾਲ ਮੇਰੇ ਦਿਲੋਂ ਦਿਮਾਗ 'ਚ ਇਹ ਵੀ ਸੀ ਵੀ ਜਿਹੜਾ ਅਸੀਂ ਵੈਲਫੇਅਰ ਦਾ ਵੀ ਬਰਾਦਰੀ ਦਾ ਕੰਮ ਕਰਨਾ ਹੈ ਇਹਦਾ ਰਾਜਨੀਤੀ ਅਸੀਂ ਬਿਲਕੁਲ ਨਹੀਂ ਕਰਨੀ ਕਿਉਂਕਿ ਅਕਸਰ ਮੈਂ ਮਹਿਸੂਸ ਕਰਦਾ ਮੇਰੀ ਜ਼ਿੰਦਗੀ ਦਾ ਤਜਰਬਾ ਹੈ ਕਿ ਕੋਈ ਵੀ ਸੋਸ਼ਲ ਸੰਸਥਾ ਜਾਂ ਕੋਈ ਵੀ NGO ਜਾਂ ਕੋਈ ਵੀ ਮਹਾਂਸੰਘ ਬਣਦਾ ਹੈ तो अक्सर राजनीति ते भेड़ चढ़ जाता है बिल्कुल ते मैं राजनीति इस मंच ते कह लो या इस परिवार नाल कह लो या बरादरी नाल कह लो मैं बिल्कुल नहीं करनी क्योंकि राजनीति लोकां दी अगाड़ी होंदी है ते पिछाड़ी नहीं होंदी ते मैं स्टेबिलिटी दे नाल बरादरी दी सेवा करना चाहता और अपनी कौम दी सेवा करना चाहता और मैं अपनी इस कौम नूं उपर तक लेके जाना चाहता ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਮਿਲੀਆਂ ਮੈਂ ਤੁਹਾਡੀ ਇਸ ਇੰਟਰਵਿਊ ਦੇ ਜ਼ਰੀਏ ਚੈਨਲ ਦੇ ਜ਼ਰੀਏ ਆਪਣੀ ਬਰਾਦਰੀ ਨੂੰ ਇੱਕ ਮੰਚ ਤੇ ਇਕੱਠਾ ਕਰਨ ਤੋਂ ਬਾਅਦ 24 ਮਈ ਨੂੰ ਤਾਂ ਮੈਂ ਸੈਂਟਰ ਗਵਰਨਮੈਂਟ ਆਪਣੇ ਮੋਦੀ ਸਾਹਿਬ ਕਹਿ ਲੋ ਅਮਿਤ ਸ਼ਾਹ ਜੀ ਕਹਿ ਲੋ ਜਿਹੜੇ ਸਾਡੇ ਹੋਮ ਮਿਨਿਸਟਰ ਸਾਹਿਬ ਹੈ ਉਹਨਾਂ ਕੋਲ ਵੀ ਇੱਕ ਸੰਦੇਸ਼ ਪਹੁੰਚਾਵਾਂਗਾ ਵੀ ਸਾਡੀ ਬਰਾਦਰੀ ਨੂੰ ਤੁਸੀਂ ਗੌਰ ਕਰੋ ਅਸੀਂ ਮਿਹਨਤ ਮੁਸ਼ੱਕਤ ਕਰਕੇ ਦੁਬਾਰਾ ਰੀਸੈਟਲ ਹੋਏ ਆ ਸਾਨੂੰ ਕੁਝ ਮਾਨਤਾ ਪ੍ਰਾਪਤ ਕਰੋ ਸਾਡੀ ਲੈਂਗੁਏਜ ਨੂੰ ਕੁਝ ਭਾਸ਼ਾ ਨੂੰ ਅਕੈਡਮੀ ਦੇ ਰੂਪ ਦੇ ਵਿੱਚ ਕੁਝ ਸਟੇਬਲ ਕਰੋ ਤੇ ਕਾਫੀ ਕੁਝ ਗੱਲਾਂ ਹੈਗੀਆਂ ਜਿਹੜੀ ਅਸੀਂ ਸੈਂਟਰ ਗਵਰਨਮੈਂਟ ਨਾਲ ਵੀ ਕਰਨੀ ਹੈ ਆਉਣ ਵਾਲੇ ਟਾਈਮ ਵਿੱਚ ਜੀ ਤੇ ਬਹੁਤ ਅੱਛੀ ਗੱਲ ਹੈ ਕਿ ਇੱਕ ਅਲੱਗ ਲੈਵਲ ਤੇ ਸੋਚਣਾ ਆਪਣਿਆਂ ਦਾ ਸੋਚਣਾ ਕਿਉਂਕਿ ਆਪਣਾ ਤਾਂ ਹਰ ਕੋਈ ਸੋਚਦਾ ਆਪਣਿਆਂ ਦਾ ਕੋਈ ਸੋਚਦਾ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਇਸ ਤਰੀਕੇ ਦੇ ਨਾਲ ਮੈਂ ਇਹ ਵੀ ਜਾਣਨਾ ਚਾਹੂੰਗੀ ਕਿ ਇਹ ਵੀ ਐਂਗਲ ਪੂਰਾ ਹੋ ਗਿਆ ਇਹ ਵੀ ਐਂਗਲ ਪੂਰਾ ਹੋ ਗਿਆ ਹੁਣ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਇਹ ਵੀ ਚਾਹੁੰਦੇ ਹਾਂ ਵੀ ਜਿਹੜੇ ਦੂਰ ਦੂਰ ਤੋਂ ਲੋਕੀ ਆਣਗੇ ਅਬਰੋਡ ਤੋਂ ਆਣਗੇ ਕੋਈ ਸੂਰਤ ਤੋਂ ਆਏਗਾ ਕੋਈ ਦੁਲਿਆ ਤੋਂ ਆਏਗਾ ਕੋਈ ਹਰਿਆਣੇ ਤੋਂ ਆਏਗਾ ਇਹ ਸਾਡੇ ਹਰਿਆਣਾ ਦੇ ਪਾਨੀਪਤ ਦੇ ਜ਼ੋਨ ਦੇ ਇੰਚਾਰਜ ਗੁਲਸ਼ਨ ਦਮੀਜਾ ਜੀ ਬੈਠੇ ਆ ਇਹ ਆਣਗੇ ਆਪਣੀ ਫੈਮਿਲੀ ਨਾਲ ਹਰ ਬੰਦਾ ਆਪਣੀ ਫੈਮਿਲੀ ਨਾਲ ਆਏਗਾ ਤੇ ਇੰਨੀ ਦੂਰੋਂ ਆਏਗਾ ਤੇ ਪ੍ਰੋਗਰਾਮ ਵੀ ਤਾਂ ਦੇਖੇਗਾ ਕਲਚਰ ਪ੍ਰੋਗਰਾਮ ਤਾਂ ਦੇਖੇਗਾ ਔਰ ਵੈਲਫੇਅਰ ਵੀ ਦੇਖੇਗਾ ਤੇ ਕੁਝ ਐਂਟਰਟੇਨਮੈਂਟ ਤਾਂ ਹੋਣੀ ਚਾਹੀਦੀ ਹੈ ਨਾ ਤੇ ਉਸ ਐਂਟਰਟੇਨਮੈਂਟ ਦਾ ਵੀ ਮੈਂ ਇੱਕ ਐਂਗਲ ਜਾਂ ਪਾਰਟ ਵਿੱਚ ਪਾਇਆ ਤਾਂ ਕਿ ਉਹਦੇ ਨਾਲ ਵੀ ਇੱਕ ਖੁਸ਼ਗਵਾ ਮਾਹੌਲ 24 ਮਈ ਨੂੰ ਹੋ ਜਾਵੇ ਔਰ ਅਸੀਂ ਹਸੀ ਖੁਸ਼ੀ ਦੇ ਵਿੱਚ ਸਾਰੇ ਪਰਿਵਾਰ ਪੂਰੇ ਪੈਨ ਇੰਡੀਆ ਦੇ ਇਕੱਠੇ ਹੋਈਏ ਔਰ ਇਕੱਠੇ ਹੋ ਕੇ ਇੱਕ ਵਧੀਆ ਜਿਹਾ ਮੈਸੇਜ ਆਏ ਦੇਸ਼ ਦੇ ਵਿੱਚ ਵੀ ਸਾਡੀ ਬਰਾਦਰੀ ਦੀ ਵੀ ਕੋਈ ਹੋਂਦ ਹੈ ਜੀ ਤੇ ਇਹ ਜੋ ਤੁਹਾਡਾ ਪ੍ਰੋਗਰਾਮ ਹੈ ਕਿਸ ਲੈਵਲ ਤੱਕ ਹੋਏਗਾ ਕਿਹੋ ਜਿਹੇ ਅਦਾਕਾਰ ਜਾਂ ਪੋਲੀਟੀਸ਼ੀਅਨਸ ਕਿਉਂਕਿ ਜਦੋਂ ਕੋਈ ਵੀ ਅਸੀਂ ਅਲੱਗ ਕੰਮ ਸ਼ੁਰੂ ਕਰਦੇ ਹਾਂ ਤੇ ਉਹਦੇ ਲਈ ਸਾਨੂੰ ਕਾਫੀ ਜ਼ਿਆਦਾ ਲੋਕਾਂ ਦੀ ਪਹੁੰਚ ਵੀ ਚਾਹੀਦੀ ਹੁੰਦੀ ਕਾਫੀ ਜ਼ਿਆਦਾ ਲੋਕਾਂ ਨੂੰ ਇੱਕ ਸਾਰਵਜਨਿਕ ਤੌਰ ਤੇ ਹੁੰਦਾ ਆ ਤੇ ਕਿਸ ਲੈਵਲ ਤੇ ਹੋਏਗਾ ਇਹ ਪ੍ਰੋਗਰਾਮ ਬਹੁਤ ਅੱਛਾ ਸਵਾਲ ਕੀਤਾ ਮੈਡਮ 11 ਮਹੀਨੇ ਤੋਂ ਮੈਂ ਆਪਣੀ ਬਰਾਦਰੀ ਦੇ ਟੱਚ 'ਚ ਹਾਂ ਜੀ ਔਰ ਉਹਨਾਂ ਦੇ ਡੋਰ ਟੂ ਡੋਰ ਸੰਪਰਕ ਦੇ ਵਿੱਚ ਆ ਔਰ ਉਹਨਾਂ ਦੀ ਡੈਸਟੀਨੇਸ਼ਨ ਤੇ ਜਾ ਕੇ ਮੈਂ ਸਾਰਾ ਪ੍ਰੋਗਰਾਮ ਉਹਨਾਂ ਨੂੰ ਰੂਬਰੂ ਕਰਾ ਰਿਹਾ ਇਹ ਮੇਰੀ 11 ਮਹੀਨੇ ਦੀ ਪ੍ਰੈਕਟਿਸ ਹੈ ਜਿਹੜਾ ਮੈਂ 24 ਮਈ ਦਾ ਪ੍ਰੋਗਰਾਮ ਕਰ ਰਿਹਾ ਔਰ ਉਸ ਦੇ ਵਿੱਚ ਮੇਰੇ ਪਰਸਨਲ ਅਗਰ VIPs ਨਾਲ ਜਾਂ ਪੋਲੀਟੀਸ਼ੀਅਨਸ ਨਾਲ ਲਿੰਕ ਹੈ ਤਾਂ ਮੈਂ ਜ਼ਰੂਰ ਚਾਹਾਂਗਾ ਕਿ ਉਹ ਪਰਸਨਲ ਮੇਰੇ ਜਿਹੜੇ ਰਿਲੇਸ਼ਨ ਹੈ ਉਹ ਵੀ ਆਣ ਇਸ ਪ੍ਰੋਗਰਾਮ ਨੂੰ ਦੇਖਣ ਤੇ ਮੈਂ ਉਹਨਾਂ ਨੂੰ ਵੀ ਸੱਦਾ ਦਿੱਤਾ ਜਿਨ੍ਹਾਂ ਨਾਲ ਮੈਂ 15 ਸਾਲ 20 ਸਾਲ ਕੱਟੇ ਆ ਰਾਜਨੀਤੀ ਦੇ ਵਿੱਚ ਤੇ ਮੇਰੀ ਇੱਕ ਡਿਊਟੀ ਵੀ ਬਣਦੀ ਹੈ ਉਹਨਾਂ ਨੂੰ ਮਾਨ ਸਨਮਾਨ ਦੇਣਾ ਔਰ ਇੱਕ ਪ੍ਰੋਟੋਕਾਲ ਵੀ ਕਹਿੰਦਾ ਵੀ ਉਹ ਵੀ ਆਣੇ ਚਾਹੀਦੇ ਆ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਵੀ ਸਾਡੀ ਬਰਾਦਰੀ ਦੀ ਹੋਂਦ ਕੀ ਹੈ ਸਾਡੀ ਬਰਾਦਰੀ ਦਾ ਕੱਟ ਕੀ ਹੈ ਤੇ ਸਾਡੀ ਭਾਸ਼ਾ ਕੀ ਹੈ ਤੇ ਮੇਰੀ ਕੋਸ਼ਿਸ਼ ਹੈ ਜਿਹੜੀ ਬਰਾਦਰੀ ਦੇ ਸਾਡੇ ਲੋਕ ਹੈ ਮੈਂ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਹੈ ਵੀ ਉਹ ਆਣ ਜਿਸ ਤਰ੍ਹਾਂ ਸਾਡੇ ਜਗਦੀਸ਼ ਮੁਖੀ ਜੀ ਹੈ ਅਸਾਮ ਦੇ ਗਵਰਨਰ ਸੀਗੇ ਉਹਨਾਂ ਨੇ 20 ਦਿਨ ਪਹਿਲੇ ਹੀ ਉਹਨਾਂ ਦਾ ਪੋਰਟਫੋਲੀਓ ਛੱਡਿਆ ਗਿਆ ਉਹਨਾਂ ਨੂੰ ਮੈਂ ਬੁਲਾ ਰਿਹਾ ਡਾਕਟਰ ਨੂਪਰ ਧਮੀਜਾ ਹੈ ਸੁਪਰੀਮ ਕੋਰਟ ਦੀ ਲਾਇਰ ਹੈ ਔਰ ਨਾਰੀ ਸਸ਼ਕਤੀਕਰਨ ਦੀ ਫਾਊਂਡਰ ਚੇਅਰਪਰਸਨ ਹੈ ਪੈਨ ਇੰਡੀਆ ਦੀ ਉਹ ਵੀ ਆਣਗੇ ਸੰਧਿਆ ਬਜਾਜ ਹੈ ਸੁਪਰੀਮ ਕੋਰਟ ਦੇ ਲਾਇਰ ਸਾਡੀ ਬਹਾਵਲਪੁਰੀ ਹੈ ਉਹ ਵੀ ਆਣਗੇ ਤੇ ਇਸ ਤਰ੍ਹਾਂ ਦੇਖਿਆ ਜਾਏ ਤਾਂ ਮੇਰਾ ਗੋਬਿੰਦਾ ਨਾਲ ਵੀ ਮੈਂ ਬੰਬੇ ਗਿਆ ਸੀਗਾ ਉਹ ਆਊਜਾ ਸਾਡੀ ਮੁਲਤਾਨੀ ਹੈ ਉਹਨਾਂ ਨਾਲ ਵੀ ਮੇਰਾ ਸੰਪਰਕ ਚੱਲ ਰਿਹਾ ਸ਼ਾਇਦ ਉਹ ਵੀ ਆਣ ਤਾਂ ਮੈਂ ਕੋਸ਼ਿਸ਼ ਕਰ ਰਿਹਾ ਵੀ ਜਿਤਨੇ ਵੀ ਮੇਰੇ ਲਿੰਕ ਦੇ ਲੋਕ ਹੈ ਪਰਸਨਲ ਰਿਲੇਸ਼ਨ ਦੇ ਵਿੱਚ ਹੈ ਮੈਂ ਉਹਨਾਂ ਸਾਰਿਆਂ ਨੂੰ ਨਿਯੋਤਾ ਦੇਵਾਂ
ਔਰ ਨਿਯੋਤਾ ਦੇ ਕੇ ਉਹ ਆ ਕੇ ਇੱਥੇ ਮਹਿਸੂਸ ਕਰਨ ਵੀ ਸਾਡੀ ਬਰਾਦਰੀ ਦੀ ਕੋਈ ਹੋਂਦ ਹੈ ਜੀ। ਤੁਸੀਂ ਪੋਲੀਟੀਕਲ ਲੈਵਲ ਤੇ ਗੱਲ ਕੀਤੀ, ਰਾਜਨੀਤੀ ਦੀ ਗੱਲ ਕੀਤੀ, ਤਾਂ ਤੁਹਾਨੂੰ ਨਹੀਂ ਲੱਗਦਾ ਇਸ ਟਾਈਮ ਤੇ ਜੇ ਗਵਰਨਮੈਂਟ ਦੀ ਗੱਲ ਕੀਤੀ ਜਾਏ, ਬੀਜੇਪੀ ਦੀ ਗਵਰਨਮੈਂਟ ਹੈ, ਤੁਸੀਂ ਬੀਜੇਪੀ ਦੇ ਵਿੱਚ ਪਹਿਲਾਂ ਸੀ, ਹੁਣ ਤੁਸੀਂ ਅਕਾਲੀ ਦਲ ਦੇ ਵਿੱਚੋਂ 15-16 ਸਾਲ ਤੋਂ ਜਿਹਨਾਂ ਦੇ ਨਾਲ ਰਹੇ ਹੋ, ਹੁਣ ਉਹਨਾਂ ਦੇ ਨਾਲ ਕੀ ਲੱਗਦਾ ਕਿ ਤੁਸੀਂ ਜੋ ਮੰਗਾਂ ਆਪਣੀਆਂ ਲੈ ਕੇ ਜਾਓਗੇ, ਤੁਹਾਡੀ ਪਾਰਟੀ ਕਹਿ ਲਈਏ ਜਾਂ ਬੀਜੇਪੀ ਉਸ ਲੈਵਲ ਤੇ ਤੁਹਾਡਾ ਸਾਥ ਦੇਗੀ? ਕਿਉਂਕਿ ਅਕਾਲੀ ਦਲ ਦੇ ਵਿੱਚ ਹੁਣ ਤੁਸੀਂ ਉਹ ਪਾਰਟੀ ਛੱਡ ਚੁੱਕੇ ਹੋ। ਮੈਂ ਤੁਹਾਨੂੰ ਪਹਿਲੇ ਵੀ ਕਿਹਾ ਵੀ ਇਸ ਪ੍ਰੋਗਰਾਮ ਦੇ ਵਿੱਚ ਜਾਂ ਬੀਇੰਗ ਬਹਾਵਲਪੁਰ ਮਹਾਂਸੰਘ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਕੋਈ ਰਾਜਨੀਤੀ ਨਹੀਂ ਕਰਨੀ। ਇੱਕ ਬੰਦੇ ਦੇ ਨਾ 2-3 ਪੋਰਟਫੋਲੀਓ ਹੋ ਸਕਦੇ ਆ, ਤੇ ਅਗਰ ਮੈਂ ਰਾਜਨੀਤੀ 'ਚ ਹਾਂ ਤਾਂ ਮੈਂ ਤੁਹਾਨੂੰ ਇੱਕ ਵਾਰੀ ਫਿਰ ਦੱਸਣਾ ਚਾਹੁੰਦਾ ਮੈਮ ਕਿ ਮੈਨੂੰ ਆਪਣੀ ਬਰਾਦਰੀ ਦੀ ਖਾਤਰ, ਇਸ ਪੋਸਟ ਦੀ ਖਾਤਰ, ਅਗਰ ਜੇ ਮੈਨੂੰ ਕਿਤੇ ਲੱਗਿਆ ਵੀ ਰਾਜਨੀਤੀ ਆੜੇ ਆ ਰਹੀ ਹੈ ਤਾਂ ਮੈਂ 2000% ਰਾਜਨੀਤੀ ਛੱਡ ਦਿਆਂਗਾ। ਮੈਂ ਰਾਜਨੀਤੀ ਨਹੀਂ ਕਰਾਂਗਾ। ਬਟ ਜਿਹੜੇ ਮੇਰੇ ਪਰਸਨਲ ਰਿਲੇਸ਼ਨ ਹੈ ਪੋਲੀਟੀਸ਼ੀਅਨਾਂ ਨਾਲ, ਉਹਨਾਂ ਨੂੰ ਤਾਂ ਮੈਂ ਆਪਣੀ ਬਰਾਦਰੀ ਵਾਸਤੇ, ਉਹਨਾਂ ਨੂੰ ਤਾਂ ਅਗਰ ਜੇ ਮੈਂ ਜਾਵਾਂਗਾ ਵੀ ਸਾਡੀ ਬਰਾਦਰੀ ਦਾ ਕੰਮ ਹੈ ਤੇ ਤੁਸੀਂ ਇਹ ਕਰੋ, ਤਾਂ ਉਹਨਾਂ ਨੂੰ ਤਾਂ ਰਿਲੇਸ਼ਨ ਹੈ। ਅਗਰ ਮੇਰੇ ਰਿਲੇਸ਼ਨ ਹੋਣਗੇ ਤਾਂ ਸਾਡੀ ਬਰਾਦਰੀ ਦਾ ਕੰਮ ਕਰਨਗੇ। ਮੈਂ ਆਪਣੇ ਰਿਲੇਸ਼ਨ ਦਾ ਬੈਨੀਫਿਟ ਆਪਣੀ ਬਰਾਦਰੀ ਨੂੰ ਜ਼ਰੂਰ ਦਿਆਂਗਾ, ਬਟ ਮੈਂ ਰਾਜਨੀਤੀ ਨਹੀਂ ਕਰਾਂਗਾ। ਜੀ। ਤੇ ਜਿਹੜਾ ਇਹ ਪ੍ਰੋਗਰਾਮ ਹੋਣ ਵਾਲਾ, ਇਹਦੇ ਵਿੱਚ ਬਾਲੀਵੁੱਡ ਸਿਤਾਰੇ ਕਿਹੜੇ ਆ ਰਹੇ ਨੇ ਜਾਂ ਕੀ ਤੁਹਾਡਾ ਅਰੇਂਜਮੈਂਟ ਕਿਸ ਤਰੀਕੇ ਦਾ? ਮੈਂ ਕੱਲ ਡੀਸੀ ਸਾਹਿਬ ਕੋਲ ਆਫਿਸ ਗਿਆ ਸੀਗਾ, ਉਹ ਮੀਟਿੰਗ ਸੀਗੀ ਮੈਡਮ ਡੀਸੀ ਪਟਿਆਲਾ। ਮੇਰੀ ਮੁਲਾਕਾਤ ਨਹੀਂ ਹੋ ਸਕੀ, ਮੇਰੀ ਉਹਨਾਂ ਦੇ ਪੀਏ ਨਾਲ ਮੁਲਾਕਾਤ ਹੋਈ। ਮੈਂ ਉਹਨਾਂ ਨੂੰ ਦੱਸਿਆ, ਮੇਰੀ ਟੀਮ ਨਾਲ ਸੀਗੀ, ਵੀ ਅਸੀਂ ਇਸ ਤਰ੍ਹਾਂ ਦਾ 24 ਮਈ ਨੂੰ ਪ੍ਰੋਗਰਾਮ ਕਰਾਉਣ ਜਾ ਰਹੇ ਹਾਂ ਅਭਿਨੰਦਨ ਪੈਲੇਸ ਦੇ ਵਿੱਚ, ਤੇ ਵੀ ਤੁਹਾਡੀ ਕੀ ਫਾਰਮੈਲਿਟੀਜ਼ ਹੈ। ਉਹਨਾਂ ਨੇ ਮੈਨੂੰ ਪੈਟ ਪਰਫਾਰਮਾ ਦਿੱਤਾ ਵੀ ਤੁਸੀਂ ਇਹਨੂੰ ਫਿਲ ਕਰਕੇ ਤੇ ਸਾਰਾ ਚੈੱਕ ਆਊਟ ਕਰਕੇ ਤੇ ਸਾਨੂੰ ਦਿਓ ਤੇ ਅਸੀਂ ਤੁਹਾਨੂੰ ਪਰਮਿਸ਼ਨ ਦੇਵਾਂਗੇ। ਮੇਰੇ ਇਵੈਂਟ ਮੈਨੇਜਰ ਗੁੜਗਾਵਾਂ ਤੋਂ ਕੰਪਨੀ ਮੈਂ ਹਾਇਰ ਕਰੀ ਸੀ, ਉਹ ਵੀ ਸਾਡੇ ਕੋਲ ਆਏ ਹੋਏ ਕੱਲ ਦੇ, ਉਹ ਸਾਰਾ ਚੈੱਕ ਆਊਟ ਕਰ ਰਹੇ ਆ ਪ੍ਰੋਗਰਾਮ ਦਾ, ਤੇ ਅਸੀਂ 1-2 ਦਿਨਾਂ ਦੇ ਵਿੱਚ ਉਹ ਪਰਮਿਸ਼ਨ ਅਪਲਾਈ ਕਰਾਂਗੇ ਤੇ ਪ੍ਰੋਗਰਾਮ ਹੋਏਗਾ। ਔਰ ਬੜਾ ਇੱਕ ਡਿਗਨਿਟੀ ਜਿਸ ਤਰ੍ਹਾਂ ਆਉਂਦੇ ਆ ਕਿਸੇ ਫੰਕਸ਼ਨ ਦੇ ਵਿੱਚ, ਉਸ ਬੜੇ ਪ੍ਰੋਟੋਕੋਲ ਦੇ ਨਾਲ ਪ੍ਰੋਗਰਾਮ ਦੇ ਵਿੱਚ ਸਿਕਿਉਰਿਟੀ ਪੂਰੀ ਹੋਏਗੀ ਔਰ ਪ੍ਰੋਗਰਾਮ ਹੋਏਗਾ। ਔਰ ਉਹਦੇ ਵਿੱਚ ਵਧੀਆ ਜਿਹਾ ਇੱਕ ਸਿਸਟਮ ਹੋਏਗਾ ਜਿਹਦੇ ਵਿੱਚ ਮਹਿਸੂਸ ਬੰਦੇ ਕਰਨਗੇ ਕਿ ਇਹ ਪ੍ਰੋਗਰਾਮ ਵਾਕਈ 70 ਸਾਲਾਂ 'ਚ ਇਹੋ ਜਿਹਾ ਪ੍ਰੋਗਰਾਮ ਨਹੀਂ ਹੋਇਆ। ਜੀ। ਤੇ ਇੱਕ ਸਵਾਲ ਮੈਂ ਕੁਕਰੇਜਾ ਜੀ ਹੋਰ ਪੁੱਛਣਾ ਚਾਹੂੰਗੀ ਕਿ ਤੁਸੀਂ ਆਪਣੀ ਸਾਰੀ ਬਰਾਦਰੀ ਨੂੰ ਪੈਨ ਇੰਡੀਆ ਇਕੱਠਾ ਕਰਨ ਦਾ ਸੋਚਿਆ, ਪਰ ਸਾਰੇ ਦੇ ਸਾਰੇ ਭਵਲਪੁਰੀ ਤਾਂ ਮੈਨੂੰ ਲੱਗਦਾ ਪਾਕਿਸਤਾਨ ਛੱਡ ਕੇ ਮੇ ਵੀ ਨਹੀਂ ਆਏ ਹੋਣੇ, ਤੇ ਜੇਕਰ ਹੱਲੇ ਵੀ ਪਾਕਿਸਤਾਨ ਦੇ ਵਿੱਚੋਂ ਹੋਣਗੇ, ਜਿਵੇਂ ਤੁਸੀਂ ਇੱਧਰ ਸਾਰਿਆਂ ਨੂੰ ਇਕੱਠੇ ਕਰ ਰਹੇ ਹੋ, ਤੇ ਕਦੀ ਇਹ ਚੀਜ਼ ਹੋ ਸਕਦੀ ਹੈ ਕਿ ਤੁਸੀਂ ਪਾਕਿਸਤਾਨ ਦੇ ਵਿੱਚ ਵੀ ਉਹਨਾਂ ਦਾ ਹਾਲ ਚਾਲ ਦੇਖਿਆ ਜਾਏ? ਕਿਉਂਕਿ ਜਿਸ ਤਰੀਕੇ ਤੁਸੀਂ ਦੱਸਿਆ ਕਿ ਉਹਨਾਂ ਦੀ ਉਸ ਵੇਲੇ ਅਨਾਉਂਸਮੈਂਟ ਹੋਈ ਸੀ, ਜਾਂ ਜ਼ਮੀਨਾਂ ਛੱਡ ਦਿਓ, ਜਾਇਦਾਦ ਛੱਡ ਦਿਓ, ਜਾਂ ਆਪਣੀ ਬਹੂ ਬੇਟੀ ਛੱਡ ਦਿਓ, ਤੇ ਉਸ ਤੋਂ ਬਾਅਦ ਜਿਹੜੇ ਉੱਥੇ ਰਹਿ ਗਏ ਉਹਨਾਂ ਦੇ ਨਾਲ ਕੀ ਕੁਝ ਹੋਇਆ ਹੋਏਗਾ, ਅੱਜ ਉਹ ਕਿਹੜੇ ਹਾਲਾਤਾਂ 'ਚ ਹੋਣਗੇ? ਤੁਸੀਂ ਅਜਿਹਾ ਕਦੀ ਸੋਚੋਗੇ ਕਿ ਉਹਨਾਂ ਦੇ ਨਾਲ ਵੀ ਰਾਬਤਾ ਕਾਇਮ ਕੀਤਾ ਜਾਏ? ਦੇਖੋ, ਇਹ ਤੁਹਾਡਾ ਜਿਹੜਾ ਸਵਾਲ ਹੈ ਬਹੁਤ ਵਧੀਆ ਸਵਾਲ ਹੈ। ਇਸ ਵਿਸ਼ੇ ਦੇ ਬਾਰੇ ਮੈਂ ਸੈਂਟਰ ਗਵਰਨਮੈਂਟ ਨਾਲ ਗੱਲ ਕਰੂੰਗਾ ਔਰ ਉਹਨਾਂ ਨੂੰ ਦੱਸੂਗਾ ਵੀ ਅਗਰ ਜੇ ਸਾਡੇ ਉਹ ਪਾਕਿਸਤਾਨ ਦੇ ਜਿਹੜੇ ਬਰਾਦਰੀ ਦੇ ਲੋਕ ਉੱਥੇ ਹੈ, ਅਗਰ ਉਹ ਵਾਪਸ ਆਉਣਾ ਚਾਹੁੰਦੇ हैं ਅੱਜ ਵੀ, ਤਾਂ ਮੈਂ ਭਾਰਤ ਸਰਕਾਰ ਦੇ ਜ਼ਰੀਏ, ਹੋਮ ਮਿਨਿਸਟਰ ਸਾਹਿਬ ਦੇ ਜ਼ਰੀਏ ਉਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਅਗਰ ਜੋ ਇੱਥੇ ਆਪਣੇ ਦੇਸ਼ ਦੇ ਵਿੱਚ ਆਉਣਾ ਚਾਹੁੰਦੇ ਤਾਂ ਉਹਨਾਂ ਨੂੰ ਲੈ ਕੇ ਆਓ। ਇਹ ਵਿਸ਼ਾ ਜਿਹੜਾ ਕੁਝ ਸੈਂਟਰ ਗਵਰਨਮੈਂਟ ਦੇ ਰਿਲੇਟਡ ਹੈ, ਤੇ ਇਹ ਮੈਂ ਪ੍ਰਯਾਸ ਜ਼ਰੂਰ ਕਰੂੰਗਾ ਆਉਣ ਵਾਲੇ ਟਾਈਮ ਦੇ ਵਿੱਚ। ਜੀ। ਸੋ ਸਾਡੀਆਂ ਵੀ ਇਹ ਵਿਸ਼ੇਸ ਨੇ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਆਪਣੀ ਸਾਰੀ ਕਮਿਊਨਿਟੀ ਨੂੰ ਇਕੱਠੇ ਕਰਨ ਦਾ, ਇੱਕ ਅਲੱਗ ਲੈਵਲ ਤੇ, ਚਾਹੇ ਉਹ ਹਾਸੇ ਦੇ ਵਿੱਚ ਹੋਵੇ ਚਾਹੇ ਆਪਣੇਪਣ ਦੇ ਵਿੱਚ ਹੋਵੇ, ਕਿ ਇੱਕ ਨਵਾਂ ਉਪਰਾਲਾ ਕੀਤਾ। ਅਸੀਂ ਵੀ ਚਾਹਾਂਗੇ ਕਿ ਜ਼ਰੂਰ ਇਹ ਬਿਲਕੁਲ ਇਵੈਂਟ ਜੋ ਤੁਹਾਡੇ ਵੈਲਫੇਅਰ ਨੇ ਸ਼ੁਰੂ ਕੀਤਾ ਬਹੁਤ ਜ਼ਿਆਦਾ ਸਕਸੈਸਫੁਲ ਹੋਵੇ 24 ਮਈ ਨੂੰ ਜੋ ਹੋਣ ਜਾ ਰਿਹਾ। ਸੋ ਅਸੀਂ ਅੱਗੇ ਵੀ ਇਹੀ ਪ੍ਰੇ ਕਰਾਂਗੇ ਕਿ ਇਸੇ ਤਰੀਕੇ ਦੇ ਨਾਲ ਕਿ ਇੱਕ ਜੁਟਤਾ ਬਣੀ ਰਵੇ। ਸੋ ਇਸ ਦੇ ਨਾਲ ਹੀ ਦੋ ਹੁਣ ਇਜਾਜ਼ਤ। ਬਹੁਤ ਕਈ ਸਟੋਰੀਜ਼ ਇਹੋ ਜਿਹੀਆਂ ਹੁੰਦੀਆਂ ਨੇ, ਕਈ ਲੋਕ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਪਿੱਛੇ ਬੈਕਗਰਾਉਂਡ 'ਚ ਦੇਖਿਆ ਜਾਏ, ਝਾਤ ਮਾਰੀ ਜਾਏ ਤਾਂ ਬਹੁਤ ਕੁਝ ਹੁੰਦਾ। ਜਿਵੇਂ ਅੱਜ ਕੁਕਰੇਜਾ ਜੀ ਦੇ ਨਾਲ ਮੁਲਾਕਾਤ ਹੋਈ, ਪਤਾ ਲੱਗਿਆ ਕਿ ਇੱਕ ਅਲੱਗ ਸਟੇਟ ਸੀ, ਉੱਥੇ ਕੀ ਕੁਝ ਹੋਇਆ ਕੀ ਕੁਝ ਨਹੀਂ, ਤਾਂ 2 ਪੀੜ੍ਹੀਆਂ ਲੱਗ ਗਈਆਂ ਇੱਥੇ ਸੈਟਲ ਹੋਣ ਨੂੰ, ਤੇ ਹੁਣ ਉਹ ਆਪਣਿਆਂ ਦੇ ਬਾਰੇ ਦੇ ਵਿੱਚ ਸੋਚ ਰਹੇ ਨੇ। ਸੋ ਅਸੀਂ ਵੀ ਦੁਆਵਾਂ ਦੇਵਾਂਗੇ, ਸਾਡੀਆਂ ਵੀ ਵਿਸ਼ੇਸ ਨੇ ਕਿ ਇਹ ਜੋ ਚਾਹੁੰਦੇ ਨੇ ਉਸੇ ਤਰੀਕੇ ਦੇ ਨਾਲ ਹੀ ਹੋਵੇ। ਸੋ ਇਸ ਦੇ ਨਾਲ ਦਿਓ ਮੈਨੂੰ ਇਜਾਜ਼ਤ, ਤਦ ਤੱਕ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ।